ਪਿਆਰੇ ਦੋਸਤੋ, ਅੱਜ ਅਸੀਂ ਜਿਸ ਵਿਸ਼ੇ 'ਤੇ ਗੱਲ ਕਰਨ ਜਾ ਰਹੇ ਹਾਂ, ਉਹ ਹੈ ਸੱਪ ਦਾ ਡੰਗਣਾ ਤੇ ਮੁੱਢਲੀ ਡਾਕਟਰੀ ਸਹਾਇਤਾ। ਵੈਸੇ ਤਾਂ ਸਾਡੇ ਮਿਥਿਹਾਸ ਵਿੱਚ ਸੱਪ ਦੀ ਪੂਜਾ ਇੱਕ ਆਮ ਵਰਤਾਰਾ ਰਿਹਾ ਹੈ, ਜੋ ਅੱਜ ਵੀ ਚੱਲਦਾ ਹੈ। ਪਰੰਤੂ ਇਹ ਵੀ ਸੱਚ ਹੈ ਕਿ ਸਾਡੇ ਦੇਸ਼ ਵਿੱਚ ਸੱਪ ਦੇ ਡੰਗਣ ਨਾਲ ਜਿੰਨੀਆਂ ਮੌਤਾਂ ਹੁੰਦੀਆਂ ਹਨ, ਉਹ ਸੰਸਾਰ ਦੇ ਕਿਸੇ ਵੀ ਹੋਰ ਦੇਸ਼ ਵਿੱਚ ਨਹੀਂ ਹੁੰਦੀਆਂ। ਇਹ ਮੌਤਾਂ ਜਾਂ ਕੱਟਣ ਦਾ ਸਬੱਬ ਉਹਨਾਂ ਲੋਕਾਂ ਵਿੱਚ ਜ਼ਿਆਦਾ ਹੁੰਦਾ ਹੈ ਜਿਹੜੇ ਜ਼ਿਆਦਾਤਰ ਖੇਤੀ ਦੇ ਕੰਮ ਵਿੱਚ ਜੁੜੇ ਹੁੰਦੇ ਹਨ, ਅਤੇ ਇਹਨਾਂ ਵਿੱਚੋਂ ਵੀ ਬੱਚਿਆਂ ਦੇ ਵਿੱਚ ਇਸ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜਦੋਂ ਬੱਚਿਆਂ ਵਿੱਚ ਸੱਪ ਦਾ ਡੰਗ ਹੁੰਦਾ ਹੈ ਤਾਂ ਉਸ ਵਿੱਚ ਮੌਤ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ। ਪਰੰਤੂ ਇਹ ਦੇਖਣ ਵਿੱਚ ਆਇਆ ਹੈ ਕਿ 15 ਤੋਂ 29 ਸਾਲ ਦੀ ਉਮਰ ਵਾਲਾ ਗਰੁੱਪ ਜਿਹੜਾ ਹੁੰਦਾ ਹੈ, ਉਸ ਵਿੱਚ ਜ਼ਿਆਦਾ ਮੌਤਾਂ ਹੁੰਦੀਆਂ ਹਨ, ਕਿਉਂਕਿ ਉਸ ਦਾ ਸੱਪ ਜਾਂ ਖੇਤਾਂ ਵਿੱਚ ਕੰਮ ਕਰਨ ਜਾਂ ਹੋਰ ਅਜਿਹੇ ਕੰਮਾਂ ਵਿੱਚ, ਜੋਖਮ ਭਰੇ ਕੰਮਾਂ ਵਿੱਚ ਜ਼ਿਆਦਾ ਹਿੱਸੇਦਾਰੀ ਹੁੰਦੀ ਹੈ, ਜਿੱਥੇ ਕੱਟਣ ਦੀ ਸੰਭਾਵਨਾ ਜਾਂ ਡੰਗਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਵੈਸੇ ਤਾਂ ਭਾਰਤ ਵਿੱਚ 236 ਦੇ ਕਰੀਬ ਕਿਸਮਾਂ ਸੱਪ ਦੀਆਂ ਪਾਈਆਂ ਜਾਂਦੀਆਂ ਹਨ, ਪਰ ਬਹੁਤ ਸਾਰੇ ਸੱਪ ਜਿਹੜੇ ਗੈਰ ਜ਼ਹਿਰੀਲੇ ਹੁੰਦੇ ਹਨ। ਇਹ ਕਿਹਾ ਜਾਂਦਾ ਹੈ ਕਿ ਕੇਵਲ 4 ਕਿਸਮਾਂ ਜਿਹੜੀਆਂ ਹਨ, ਜਿਹੜੀਆਂ ਬਹੁਤ ਜ਼ਹਿਰੀਲੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਡੰਗਣ ਨਾਲ ਬਹੁਤ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਜਦੋਂ ਵੀ ਸੱਪ ਦੇ ਡੰਗਣ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇੱਕ ਤਾਂ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਜੋ ਮਰੀਜ਼ ਨੂੰ ਸੱਪ ਨੇ ਡੰਗਿਆ ਹੈ, ਉਸ ਨੂੰ ਉਤੇਜਨਾ ਵਿੱਚ ਨਾ ਆਉਣ ਦਿੱਤਾ ਜਾਵੇ, ਕਿਉਂਕਿ ਜਦੋਂ ਵੀ ਅਜਿਹਾ ਮਰੀਜ਼ ਤੇ ਉਤੇਜਨਾ ਵਿੱਚ ਆਵੇਗਾ ਤਾਂ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਜਾਵੇਗੀ, ਔਰ ਤੇਜ਼ ਧੜਕਣ ਕਾਰਨ ਜਿਹੜਾ ਜ਼ਹਿਰ ਹੈ ਬੜੀ ਤੇਜ਼ੀ ਨਾਲ ਸਰੀਰ ਵਿੱਚ ਫੈਲ ਜਾਵੇਗਾ। ਦੂਜਾ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਿੱਥੇ ਜਿਹੜੇ ਹਿੱਸੇ ਵਿੱਚ ਸੱਪ ਦਾ ਡੰਗ ਲੱਗਾ ਹੈ, ਉਸ ਹਿੱਸੇ ਨੂੰ ਸਥਿਰ ਰੱਖਿਆ ਜਾਵੇ ਔਰ ਦਿਲ ਦੇ ਲੈਵਲ ਤੋਂ ਥੱਲੇ ਰੱਖਿਆ ਜਾਵੇ। ਸਥਿਰ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿੰਨੀ ਹਿਲਜੁਲ ਹੋਵੇਗੀ ਉਨੇ ਹੀ ਜ਼ਹਿਰ ਦੇ ਫੈਲਣ ਦੀ ਸੰਭਾਵਨਾ ਜ਼ਿਆਦਾ ਹੋਵੇਗੀ। ਕੁਝ ਗੱਲਾਂ ਜਿਹੜੀ ਰਵਾਇਤੀ ਤੌਰ 'ਤੇ ਜਿਹੜੀ ਸ਼ੁਰੂਆਤੀ ਸਿਹਤ ਸੇਵਾਵਾਂ ਵਿੱਚ ਵਰਤੀ ਜਾਂਦੀਆਂ ਸਨ, ਉਹਨਾਂ ਦਾ ਅੱਜ ਕੋਈ ਪ੍ਰਭਾਵ ਨਹੀਂ ਰਹਿ ਗਿਆ, ਅਤੇ ਜੇ ਅਸੀਂ ਉਹਨਾਂ ਨੂੰ ਵਰਤਦੇ ਹਾਂ ਤਾਂ ਉਹ ਜ਼ਿਆਦਾ ਖਤਰਨਾਕ ਹੋ ਸਕਦੇ ਹਨ। ਜਿਵੇਂ ਡੰਗੀ ਜਗ੍ਹਾ 'ਤੇ ਚੀਰਾ ਦੇਣਾ, ਉਸ ਤੋਂ ਖੂਨ ਦਾ ਚੂਸਣਾ, ਉਸ ਨੂੰ ਸਾਬਣ ਨਾਲ ਧੋਣਾ, ਉਸ 'ਤੇ ਕੋਈ ਦਵਾਈ ਲਗਾਉਣਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਤੁਹਾਡੀ ਇਸ ਸਮੱਸਿਆ ਨੂੰ ਵਧਾਉਂਦੀਆਂ ਨੇ, ਘਟਾਉਣ ਦੀ ਬਜਾਏ। ਸੋ ਕੋਸ਼ਿਸ਼ ਕੀਤੀ ਜਾਵੇ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਾ ਕੀਤੀ ਜਾਵੇ, ਸਗੋਂ 2 ਗੱਲਾਂ ਦਾ ਧਿਆਨ ਰੱਖਿਆ ਜਾਵੇ। ਇੱਕ ਤਾਂ ਉਸ ਜਗ੍ਹਾ ਨੂੰ ਸਪਲਿੰਟ ਨਾਲ ਜਾਂ ਪੱਟੀਆਂ ਨਾਲ ਬੰਨ੍ਹ ਦਿੱਤਾ ਜਾਵੇ, ਪਰ ਜਿਹੜਾ ਪੱਟੀ ਬੰਨ੍ਹੀ ਜਾਵੇ ਉਹ ਇੰਨੀ ਕੱਸ ਕੇ ਨਾ ਹੋਵੇ, ਕਿਉਂਕਿ ਕੱਸ ਕੇ ਜਦੋਂ ਪੱਟੀ ਬੰਨ੍ਹੀ ਜਾਂਦੀ ਹੈ ਤਾਂ ਉਹ ਅੰਦਰਲੀਆਂ ਖੂਨ ਦੀਆਂ ਨਾੜੀਆਂ ਨੂੰ ਵੀ ਦਬਾਅ ਪਾਉਂਦੀ ਹੈ, ਜਿਸ ਕਰਕੇ ਸੋਜਿਸ਼ ਹੁੰਦੀ ਹੈ। ਅਤੇ ਜਦੋਂ ਕਦੇ ਵੀ ਇਸ ਨੂੰ ਹਸਪਤਾਲ ਵਿੱਚ ਪੱਟੀ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਜਿਹੜਾ ਜ਼ਹਿਰ ਉੱਥੇ ਇਕੱਠਾ ਹੋਇਆ ਹੁੰਦਾ ਹੈ, ਉਹ ਇੱਕਦਮ ਤੇਜ਼ੀ ਨਾਲ ਜਿਹੜਾ ਹੈ ਉਹ ਸਰੀਰ 'ਚ ਫੈਲਦਾ ਹੈ ਅਤੇ ਮੌਤ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸੇ ਨਾਲ ਹੀ ਪਹਿਲਾਂ ਟਰਨਕੁਇਟ ਦੀ ਵਰਤੋਂ ਕੀਤੀ ਜਾਂਦੀ ਸੀ, ਜਿਹੜੀ ਕਿ ਅੱਜ ਕੱਲ੍ਹ ਬਿਲਕੁਲ ਮਨਾਹੀ ਹੈ। ਉਸ ਤੋਂ ਵੀ ਇਸ ਤਰ੍ਹਾਂ ਦੇ ਪ੍ਰਭਾਵ ਆਉਂਦੇ ਨੇ ਕਿ ਜਿਹੜਾ ਜ਼ਹਿਰ ਇਕੱਠਾ ਹੋ ਜਾਂਦਾ ਹੈ, ਉਹਦੀ ਸੰਭਾਵਨਾ ਇਹ ਹੁੰਦੀ ਹੈ ਕਿ ਇੱਕ ਤੇਜ਼ੀ ਨਾਲ ਜਦੋਂ ਅਸੀਂ ਟਰਨਕੁਇਟ ਨੂੰ ਖੋਲ੍ਹਦੇ ਹਾਂ ਤਾਂ ਉਹ ਤੇਜ਼ੀ ਨਾਲ
ਸਰੀਰ ਵਿੱਚ ਭੁੱਲ ਜਾਂਦਾ ਹੈ। ਇਸ ਵਾਸਤੇ ਜੇਕਰ ਅਸੀਂ ਡਾਕਟਰੀ ਵਿਗਿਆਨ ਨਾਲ ਸੰਬੰਧਿਤ ਹਾਂ ਜਾਂ ਡਾਕਟਰ ਦੀ ਸੇਵਾਵਾਂ ਦੇ ਰਹੇ ਹਾਂ, ਤਾਂ ਫਿਰ ਅਸੀਂ ਉਸ ਟ੍ਰਿਕਟ ਨੂੰ ਅਗਰ ਹੌਲੀ ਹੌਲੀ ਖੋਲ੍ਹਿਆ ਜਾਵੇ ਔਰ ਆਪਣਾ ਬਲੱਡ ਪ੍ਰੈਸ਼ਰ ਨੂੰ ਇੱਕ ਸਿਸਟੋਲਿਕ ਲੈਵਲ 'ਤੇ ਲਿਆ ਕੇ ਹੌਲੀ ਹੌਲੀ ਡਿਫਲੇਟ ਕੀਤਾ ਜਾਵੇ, ਤਾਂ ਉਸ ਨਾਲ ਇਸ ਨੂੰ ਥੋੜ੍ਹਾ ਘਟਾਇਆ ਜਾ ਸਕਦਾ ਹੈ। ਪਰ ਇਹੀ ਜਾਗਰੂਕਤਾ ਪੈਦਾ ਕਰਨੀ ਜ਼ਰੂਰੀ ਹੈ ਕਿ ਉਸ ਜਗ੍ਹਾ ਨੂੰ ਕਦੇ ਵੀ ਕੱਸ ਕੇ ਨਾ ਬੰਨ੍ਹਿਆ ਜਾਵੇ। ਬਹੁਤਾ ਟਾਈਮ ਕਈ ਵਾਰੀ ਇਸ ਕਰਕੇ ਇਸ ਗੱਲ ਵਿੱਚ ਵੀ ਬਰਬਾਦ ਹੋ ਜਾਂਦਾ ਹੈ ਕਿ ਸੱਪ ਨੂੰ ਫੜਨਾ ਹੈ, ਸੱਪ ਦੀ ਪਹਿਚਾਣ ਕਰਨੀ ਹੈ, ਸੱਪ ਨੂੰ ਸੰਭਾਲਣਾ ਹੈ ਜਾਂ ਉਹਨੂੰ ਮਾਰਨ ਦੀ ਕੋਸ਼ਿਸ਼ ਕਰਨੀ ਹੈ। ਕਿਉਂਕਿ ਬਹੁਤ ਸਾਰੇ, ਜਿਸ ਤਰ੍ਹਾਂ ਅਸੀਂ ਕਿਹਾ ਕਿ ਸੱਪ ਗੈਰ ਜ਼ਹਿਰੀਲੇ ਹੁੰਦੇ ਹਨ, ਪਰ ਹੁੰਦਾ ਕੀ ਹੈ ਕਿ ਅਸੀਂ ਪੈਨਿਕ ਹੋ ਜਾਂਦੇ ਹਾਂ। ਸੋ ਪੈਨਿਕ ਹੋਣ ਕਾਰਨ ਜਿਹੜਾ ਪ੍ਰਤੀਕਰਮ ਹੁੰਦਾ ਹੈ, ਉਸ ਕਾਰਨ ਮੌਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸੋ ਇਸ ਵਿੱਚ ਮਰੀਜ਼ ਨੂੰ ਇਲਾਜ ਵਿੱਚ ਭਰੋਸਾ ਕਰਨ ਲਈ ਕਿਹਾ ਜਾਵੇ, ਉਸ ਨੂੰ ਉਤੇਜਨਾ ਦਾ ਸ਼ਿਕਾਰ ਨਾ ਹੋਣ ਦਿੱਤਾ ਜਾਵੇ ਔਰ ਡੰਗ ਵਾਲੇ ਅੰਗ ਨੂੰ ਸਥਿਰ ਕਰਕੇ ਰੱਖਿਆ ਜਾਵੇ। ਪੀੜਤ ਨੂੰ ਜਲਦੀ ਤੋਂ ਜਲਦੀ ਉਸ ਸੰਸਥਾ ਵਿੱਚ ਪਹੁੰਚਾਇਆ ਜਾਵੇ ਜਿੱਥੇ ਉਸ ਲਈ ਜ਼ਹਿਰ ਵਿਰੋਧੀ ਟੀਕਾਕਰਨ ਤੇ ਨਾਲ ਐਮਰਜੈਂਸੀ ਤੇ ਇਲਾਜ ਦੀਆਂ ਸਹੂਲਤਾਂ ਉਪਲਬਧ ਹੋਣ, ਕਿਉਂਕਿ ਇਹ ਸੇਵਾਵਾਂ ਕੇਵਲ ਸੈਕੰਡਰੀ ਤੇ ਟਰਸ਼ਰੀ ਲੈਵਲ ਦੇ ਹਸਪਤਾਲਾਂ ਵਿੱਚ ਹੀ ਜਿਹੜੀਆਂ ਹੁੰਦੀਆਂ ਨੇ, ਜਿੱਥੇ ਸਾਨੂੰ CNT ਵਿਨਮ ਜਿਹੜਾ ਟੀਕਾ ਹੈ ਉਹ ਲਗਾਇਆ ਜਾ ਸਕਦਾ ਹੈ। ਬਾਕੀ ਸੰਸਥਾਵਾਂ ਵਿੱਚ ਇਸ ਦੀ ਉਪਲਬਧਤਾ ਨਹੀਂ ਹੁੰਦੀ। ਇਸ ਕਰਕੇ ਜਿੰਨੀ ਜਲਦੀ ਹੋਵੇ ਕੋਸ਼ਿਸ਼ ਕੀਤੀ ਜਾਵੇ ਕਿ ਇਹਨਾਂ ਸੰਸਥਾਵਾਂ ਦੇ ਵਿੱਚ ਹੀ ਮਰੀਜ਼ ਨੂੰ ਪਹੁੰਚਾਇਆ ਜਾਵੇ ਔਰ ਇਸ ਨੂੰ ਐਮਰਜੈਂਸੀ ਤੌਰ 'ਤੇ ਲਿਆ ਜਾਵੇ। ਕਦੇ ਵੀ ਕਿਸੇ ਵੀ ਤਰ੍ਹਾਂ ਦਾ ਟਾਈਮ ਬਰਬਾਦ ਨਾ ਕੀਤਾ ਜਾਵੇ, ਤਾਂ ਹੀ ਅਸੀਂ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ। ਬਹੁਤ ਬਹੁਤ